कांग्रेस का इलाई बनने का फैसला तन्हा बाचा खान का नहीं था, इसके लिए बाकायदा जिरगा तलब किया गया। उनको इत्तेहादियों की ज़रूरत थी। उन्होंने पहल मुस्लिम लीग से की जो तैयार नहीं हुई उनके साथ इत्तेहाद करने के लिए, तो उसके अलावा कोई चारा नहीं था कि वो कांग्रेस से इत्तेहाद करती है, पहली बात। दूसरी बात ये है कि कांग्रेस के साथ इत्तेहाद ने मेरे ख्याल में, मेरी नाकिस राय में, एक फ़ायदा ये पहुँचाया कि ये जो पश्तूनों की तहरीक थी, जो उस वक़्त शमाल मगरबी सरहदी सूबा जो पश्तूनख्वा उसका अपना असली नाम है, ये एक पहाड़ों में बसने वाले लोगों की एक अलग तलग सी तहरीक थी। ये जो कांग्रेस के साथ इत्तेहाद करने में उनको एक मेन स्ट्रीम में जाने का मौका मिला पूरे बरसगीर में। ये तो थी मुख्तसर सी बात तकसीम से पहले सूबा सरहद में मुस्लिम सियासत की, जो अपनी नेचर में प्रो पीपल थी, टू सम एक्सटेंट नेशनलिस्ट थी, किसी हद तक सोशलिस्ट थी और एंटी क्लोनल थी। मजलिस एहरारुल इस्लाम सिविल डिसोबीडियंस की तहरीक में आगे आगे थी और उन्होंने जेल भरो पॉलिसी पर काम किया, क्लोनाइजेशन के खिलाफ रजिस्ट किया। ਜਿਹੜੀ ਪੰਜਾਬ ਦੇ ਵਿੱਚ ਜਿਹੜੀ ਮੁਸਲਿਮ ਸਿਆਸਤ ਹੈ ਨਾ, ਅਗਰ ਅਸੀਂ ਉਹਨੂੰ ਵੇਖੀਏ ਤੇ ਉਹ ਸ਼ੁਰੂ ਹੁੰਦੀ ਹੈ ਤਹਿਰੀਕ ਖਿਲਾਫਤ ਤੋਂ। ਉਹ ਇੱਕ ਐਸਾ ਇਸ਼ੂ ਬਣਾਇਆ ਗਿਆ ਕਿ ਜਿਹੜਾ ਯਕੀਨਨ ਮੁਸਲਮਾਨਾਂ ਦੇ ਨਾਲ ਜੁੜਦਾ ਸੀ ਕਿ ਸਲਤਨਤ ਉਸਮਾਨੀਆ ਜਿਹੜੀ ਹੈ ਉਹਨੂੰ ਖਤਰਾ ਹੈ ਔਰ ਉਹ ਖਤਮ ਹੋ ਰਹੀ ਹੈ, ਜਿਹੜਾ ਉੱਥੋਂ ਦਾ ਖਲੀਫਾ ਹੈ। ਤੇ ਉਹਦੇ ਵਾਸਤੇ ਇੱਥੇ ਇੱਕ ਲਹਿਰ ਚੱਲੀ ਜਿਹਦੇ ਵਿੱਚ ਬੇਸ਼ੱਕ ਕਾਂਗਰਸ ਨੇ ਜਾਂ ਗਾਂਧੀ ਨੇ ਵੀ ਹਿੱਸਾ ਲਿਆ, ਲੇਕਿਨ ਅਸਲ ਵਿੱਚ ਜਿਹੜੇ ਜਾਗਰਤ ਹੋਏ ਉਹ ਮੁਸਲਮਾਨ ਸਨ, ਜਿਹੜੇ ਸੁਚੇਤ ਹੋਏ। ਉਹਨਾਂ ਨੇ ਇਸ ਬੁਨਿਆਦ 'ਤੇ ਸੋਚਣਾ ਸ਼ੁਰੂ ਕੀਤਾ ਕਿ ਅਸੀਂ ਮੁਸਲਮਾਨ ਔਰ ਮੁਸਲਮਾਨਾਂ ਦੀ ਸਿਆਸਤ ਕੀ ਹੈ। ਇਹਦੇ ਵਿੱਚ ਉਹਨਾਂ ਨੇ ਜਲਸਾ ਜਲੂਸ ਕਰਨਾ, ਚੰਦਾ ਇਕੱਠਾ ਕਰਨਾ, ਤਨਜ਼ੀਮ ਸਾਜ਼ੀ, ਉਹਨਾਂ ਨੂੰ ਪਤਾ ਲੱਗਾ ਕਿ ਕਿਵੇਂ ਹੁੰਦੀ ਹੈ। ਅੱਛਾ, ਉਹੀ ਜਿਹੜੀ ਖਿਲਾਫਤ ਕਮੇਟੀ ਪੰਜਾਬ ਸੀ ਉਹੀ ਅੱਗੇ ਜਾ ਕੇ ਮਜਲਿਸ ਇਹਰਾਰੁਲ ਇਸਲਾਮ ਬਣੀ ਔਰ ਪੰਜਾਬ ਦਾ ਖਾਸ ਤੌਰ 'ਤੇ ਲਾਹੌਰ, ਅੰਮ੍ਰਿਤਸਰ, ਲੁਧਿਆਣਾ, ਹੁਸ਼ਿਆਰਪੁਰ, ਗੁਜਰਾਂਵਾਲਾ, ਸਿਆਲਕੋਟ, ਇਹਨਾਂ ਇਲਾਕਿਆਂ ਦੇ ਵਿੱਚ ਕਹਿੰਦੇ ਨੇ ਕਿ ਕੋਈ ਐਸੀ ਗਲੀ ਜਾਂ ਮਹੱਲਾ ਨਹੀਂ ਸੀ ਹੁੰਦਾ ਕਿ ਜਿਸ ਦੇ ਵਿੱਚ ਕੋਈ ਅਹਿਰਾਰੀ ਜਾਂ ਖਾਕਸਾਰ ਤੁਹਾਨੂੰ ਨਾ ਮਿਲੇ। ਅੱਛਾ, ਹੁਣ ਉਹ ਜਿਹੜੇ ਲੋਕ ਸਨ, ਜਿਹੜੇ ਅਹਿਰਾਰੀ ਸਨ ਜਾਂ ਖਾਕਸਾਰੀ ਸਨ, ਉਹਨਾਂ ਨੂੰ ਖਿਲਾਫਤੀਏ ਵੀ ਕਿਹਾ ਜਾਂਦਾ ਸੀ, ਖਾਸ ਤੌਰ 'ਤੇ ਅਹਿਰਾਰੀਆਂ ਨੂੰ। ਔਰ ਜਿਹੜੇ ਮੁਸਲਿਮ ਲੀਗੀ ਸਨ ਉਹਨਾਂ ਨੂੰ ਖਿਲਾਫਤੀਏ ਜਿਹੜੇ ਸਨ ਅਹਿਰਾਰੀ, ਉਹ ਮਜ਼ਾਕ ਦੇ ਨਾਲ ਅਲੀਗ ਪਾਰਟੀ ਕਹਿੰਦੇ ਸਨ, ਕਿਉਂਕਿ ਇਹ ਬੇਸਿਕਲੀ ਜੈਂਟਲਮੈਨ ਦੀ ਪਾਰਟੀ ਸੀ। ਮੁਸਲਮਾਨ ਅਸ਼ਰਾਫੀਆ, ਅਰਬਨ ਪੜ੍ਹੇ ਲਿਖੇ ਲੋਕ ਔਰ ਇਹਨਾਂ ਦੇ ਵਿੱਚ ਜਿਹੜੀ ਲੀਡਰਸ਼ਿਪ ਵੀ ਉਹ ਵੀ ਜ਼ਿਆਦਾ ਇਲੈਕਟੇਬਲ ਸਨ। ਲੇਕਿਨ ਇਹ ਜਿਹੜੇ ਸਾਰੇ ਅਹਿਰਾਰੀ ਔਰ ਖਾਕਸਾਰੀ ਸਨ, ਇਹ ਮਿਡਲ ਕਲਾਸ ਵੀ ਨਹੀਂ ਬਲਕਿ ਲੋਅਰ ਮਿਡਲ ਕਲਾਸ ਦੇ ਜ਼ਿਆਦਾ ਲੋਕ ਸਨ, ਗਲੀ ਮਹੱਲੇ ਦੇ ਲੋਕ ਸਨ। ਔਰ ਜਿਹੜੀ ਇੱਕ ਹੁੰਦੀ ਹੈ ਇੱਕ ਕੁਦਰਤੀ ਆਫਤ ਆ ਜਾਏ ਜਾਂ ਕਿਧਰੇ ਫਿਰਕੂ ਫਸਾਦ ਹੋ ਜਾਏ ਤੇ ਇਹੀ ਲੋਕਾਂ ਦੇ ਕੰਮ ਆਉਂਦੇ ਸਨ। ਇਹ ਲੋਕਾਂ ਦੇ ਵਿੱਚ ਬੜੇ ਪਾਪੂਲਰ ਸਨ ਔਰ ਹਰ ਗਲੀ ਮਹੱਲੇ ਦੇ ਲੋਕ ਜਾਣਦੇ ਸਨ ਕਿ ਇਹ ਜਿਹੜਾ ਬਾਬਾ ਹੈ ਅਹਿਰਾਰੀ ਜਾਂ ਖਾਕਸਾਰੀ, ਇਹ ਸਾਡਾ ਫਲਾਣਾ ਕੰਮ ਕਰਵਾ ਦੇਗਾ। ਉਹਨਾਂ ਦੇ ਮਸਲੇ ਮਸਾਇਲ ਦੇ ਵਿੱਚ ਉਹਨਾਂ ਦੇ ਨਾਲ ਜਾਂਦੇ ਸਨ। ਵੋਟਰਸ ਦੇ ਵਿੱਚ ਵੀ ਇਹ ਪਾਪੂਲਰ ਹੋਣਗੇ, ਜਿਹਦੀ ਇੱਕ ਵੱਡੀ ਮਿਸਾਲ ਹੈ ਕਿ 1936 ਦਾ ਜਿਹੜਾ ਇਲੈਕਸ਼ਨ ਹੋਇਆ ਤੇ ਉਹਦੇ ਵਿੱਚ ਮੁਸਲਿਮ ਲੀਗ ਜਿਹਨੂੰ 2 ਸੀਟਾਂ ਮਿਲੀਆਂ ਪੰਜਾਬ ਵਿੱਚ, ਜਿਹਦੇ ਵਿੱਚੋਂ ਇੱਕ ਬੰਦਾ ਰਾਜਾ ਗਜ਼ਨਫਰ ਲੋਟਾ ਬਣ ਕੇ ਯੂਨੀਅਨਿਸਟ ਪਾਰਟੀ ਚਲਾ ਗਿਆ, ਜਿੱਤਿਆ ਮੁਸਲਿਮ ਲੀਗ ਦੀ ਟਿਕਟ ਦੇ ਉੱਤੇ। ਤੇ ਉਸ ਵੇਲੇ ਇਹ 2 ਸਨ ਔਰ ਅਹਿਰਾਰੀ 4 ਜਿੱਤੇ, ਮਤਲਬ ਉਹਨਾਂ ਦੇ 4 ਮੈਂਬਰ ਸਨ ਅਸੈਂਬਲੀ ਦੇ ਵਿੱਚ ਆਏ। ਤੇ ਉਦੋਂ ਜਦੋਂ ਰੀਅਲ ਪੋਲੀਟਿਕਸ ਦੇ ਵਿੱਚ ਇਹਨਾਂ ਦਾ ਇੱਕ ਰੋਲ ਸੀ, ਉਹਨਾਂ ਨੂੰ ਨਜ਼ਰ ਆ ਰਿਹਾ ਸੀ ਕਿ ਅਸੀਂ ਕੁਝ ਕਰ ਸਕਨੇ ਹਾਂ, ਉਨੀ ਦੇਰ ਤੱਕ ਉਹਨਾਂ ਦੀ ਪੂਰੀ ਪਾर्टी ਦੇ ਲੋਕ बड़े एक्टिव रहे। इस जमात या तहरीक की अहम शख्सियात में हबीबुर रहमान लुधियानवी शामिल हैं, जो 1892 में पैदा हुआ। हबीबुर रहमान लुधियानवी सरमायादाराना निज़ाम के ख़िलाफ़ थे और उनका ये नज़रिया था कि जब तक मज़दूर, किसान और पिसे हुए तबकों को सियासी नुमाइंदगी नहीं मिलती, तब तक हिंदुस्तान सही मानों में आज़ाद नहीं हो सकता। ਪੰਜਾਬ ਦੇ ਵਿੱਚ ਤੁਹਾਨੂੰ ਖਾਕਸਾਰੀ ਨਜ਼ਰ ਆਉਂਦੇ ਸਨ ਜਾਂ ਤੁਹਾਨੂੰ ਅਹਿਰਾਰੀ ਨਜ਼ਰ ਆਉਂਦੇ ਸਨ। ਮੁਸਲਿਮ ਲੀਗ ਜਿਹੜੀ ਮੁਸਲਿਮ ਨੈਸ਼ਨਲ ਗਾਰਡ ਦੇ ਉਹ ਤਾਂ 44 ਵਿੱਚ ਆਈ ਪੰਜਾਬ ਦੇ ਵਿੱਚ, MSF ਤੇ ਕਦੀ ਬਣੀ ਨਹੀਂ। ਇਹ ਤੇ ਅੱਜ ਜਿਹੜੀਆਂ ਸਾਰੀਆਂ ਗੱਲਾਂ ਹੁੰਦੀਆਂ ਨੇ, ਇਹ ਕਦੀ ਵੀ ਗ੍ਰਾਸ ਰੂਟ ਲੈਵਲ ਦੇ ਉੱਤੇ ਮੁਸਲਿਮ ਲੀਗ ਉਸ ਤਰ੍ਹਾਂ ਨਹੀਂ ਬਣੀ। ਜਿਹੜੇ ਅਹਿਰਾਰੀ ਸਨ ਬਹੁਤ ਵੱਡੇ ਵੱਡੇ ਮੁਕਰਰ ਸਨ, ਖਾਸ ਤੌਰ 'ਤੇ ਮਜ਼ਹਰ ਅਲੀ ਅਜ਼ਹਰ ਵਗੈਰਾ ਔਰ ਅਲਾਮਾ ਜਿਹੜੇ ਸਨ ਇਹਨਾਂ ਦੇ ਅਤਾਉਲਾ ਸ਼ਾਹ ਬੁਖਾਰੀ ਪੂਰੀ ਰਾਤ ਉਹ ਤਲਾਵਤ ਕਰਦੇ ਸਨ। ਤੇ ਇਸ ਵਾਸਤੇ ਇਹਨਾਂ ਕੋਲ ਐਡੇ ਐਡੇ ਵੱਡੇ ਲੀਡਰ ਸਨ, ਐਡੇ ਐਡੇ ਵੱਡੇ ਬੁਲਾਰੇ ਸਨ, ਬੋਲਣ ਵਾਲੇ ਸਨ ਔਰ ਐਡੇ ਐਡੇ ਲੋਕ ਮਿਹਨਤੀ ਕੰਮ ਕਰਨ ਵਾਲੇ ਜਿਹੜੇ ਸਨ, ਜਿਹੜੇ ਗਲੀ ਮੁਹੱਲੇ ਦੇ ਵਿੱਚ ਲੋਕਾਂ ਦੇ ਜਿਹੜੇ ਰੋਜ਼ ਦੇ ਕੰਮ ਹੁੰਦੇ ਨੇ ਉਹਨਾਂ ਦੇ ਵਿੱਚ ਉਹਨਾਂ ਦੇ ਸਾਂਝ ਸੀ ਇੱਕ ਲੋਕਾਂ ਦੇ ਨਾਲ। ਤੇ ਇਹ ਲੋਕ ਬਹੁਤ ਲੋਕਾਂ ਦੇ ਵਿੱਚ ਰਲੇ ਵਸੇ ਸਨ। अगरचे वो कांग्रेस के करीब थे, मगर इस बात को बखूबी समझते थे
کہ کانگریس بھی ایلیٹ برہمن ہندوؤں کے ہی انٹرسٹ کو سرو کرتی ہے، اسی لیے وہ انگریزوں سے حکومت لے کر کانگریس کو دینے کے حق میں نہیں تھے۔ حبیب الرحمن لدھیانوی نے سیکنڈ ورلڈ وار میں انگریزوں کا ساتھ دینے کی سخت مخالفت کی اور نتیجے میں انہیں قید و بند کی صحبتیں برداشت کرنا پڑیں۔ ਬਲਕਿ ਲਾਹੌਰ ਦੇ ਵਿੱਚ ਜਦੋਂ ਬਹੁਤ ਜ਼ਿਆਦਾ ਪੋਲਿਟਿਕਸ ਦਾ ਰੌਲਾ ਸੀ, ਲਾਹੌਰ ਇੱਕ ਪੋਲੀਟੀਸਾਈਜ਼ ਹੋ ਗਿਆ ਸੀ, ਤੇ ਉਸ ਵੇਲੇ ਵੀ ਮੋਰੀ ਦਰਵਾਜ਼ਾ ਜਿਹੜਾ ਸੀ ਉਹ ਕਾਂਗਰਸ ਕੋਲ ਸੀ, ਦਿੱਲੀ ਦਰਵਾਜ਼ਾ ਮੁਸਲਿਮ ਲੀਗ ਕੋਲ ਸੀ ਔਰ ਮੋਚੀ ਦਰਵਾਜ਼ਾ ਹਰਾਰੀਆਂ ਕੋਲ ਸੀ। ਰੋਜ਼ਾਨਾ ਹਰਾਰੀਆਂ ਦੀ ਉੱਥੇ ਤਕਰੀਰ ਹੁੰਦੀ ਸੀ। ਉਹ ਅਤਾਉਲਾ ਸ਼ਾਹ ਬੁਖਾਰੀ ਦੀ ਤਕਰੀਰ ਸੁਣਨ ਵਾਸਤੇ ਬੜੀ ਦੂਰੋਂ, ਫਿਰ 56% ਦੀ ਇੱਕ ਮਸਲਾ ਹੋਇਆ ਸੀ, ਮੁਸਲਮਾਨਾਂ ਦੇ ਦਾਖਲਿਆਂ ਦੀ ਗੱਲ ਹੋ ਰਹੀ ਸੀ, ਉਹਦੇ ਵਿੱਚ ਵੀ ਉਹਨਾਂ ਨੇ ਇੱਕ ਬੜਾ ਰੋਲ ਪਲੇ ਕੀਤਾ۔ اگر ہم بہار کی بات کریں تو وہاں پر لوور کاسٹ مسلمانوں کو بہت زیادہ ڈسکریمنیشن کا سامنا تھا، خاص طور پر اپر کاسٹ اپر کلاس مسلمانوں کی جانب سے۔ بلکہ اگر غور کیا جائے تو سر سید احمد خان جیسے مسلمان تو لوور کاسٹ مسلمانوں کو سچا یا برابر کا مسلمان جانتے ہی نہیں تھے، وہ ان کے لیے کلمہ گو کی اصطلاح استعمال کرتے تھے۔ جداہے ہندوستان میں نہ صرف یہ کہ بہار میں بلکہ دوسرے علاقوں میں بھی یہ ایک بڑا محروم طبقہ اس لیے تھا کہ نوآبادیاتی نظام میں آنے کے بعد ہندوستان سے جو ٹیکسٹائل کی فیکٹریاں تھیں، جو ٹیکسٹائل کا کپڑا بنتا تھا وہ بند ہو گیا تھا، اور وہ سارا کپڑا اب یعنی انگلینڈ سے تیار ہو کے یہاں پر آتا تھا، ورنہ ہندوستان کا ٹیکسٹائل جو ہے پوری دنیا میں مشہور تھا۔ تو جلاحوں کی پوری جماعت جو تھی وہ ایک طرح سے بے روزگار ہو گئی تھی، اور اس کا ایک بڑا رد عمل جلاحوں کے اندر تھا۔ تو انگریز انہیں کہتے تھے فینیٹک جلاحاز، کہ یہ فینیٹک جلاحے ہیں، اور انہوں نے پھر اپنی ایک ایجنٹیٹی کو قائم کرنے کے لیے، اپنے مطالبات کے لیے، انہوں نے یہ جیسا آپ نے کہا کہ لوور ان کی ذات کو بھی، چونکہ جلاحوں کی ذات کو لوور سمجھا جاتا تھا، انہوں نے اپنی یہ جماعت بنائی تھی جس کی برانچز تقریباً یعنی ہندوستان کے تمام صوبوں کے اندر تھیں۔ اور یہ نہ صرف یہ کہ قوم پرست تھے، بلکہ یہ چونکہ عمرا کے اشرافیہ کی کلاس سے جدا تھے، چونکہ جلاحوں کو اشرافیہ کی کلاس میں کوئی جگہ نہیں دی جاتی تھی، اس لیے ان کا رویہ جو ہے وہ ہماری ریاستی تاریخ کے اندر بالکل نہیں ہے۔ سر سید احمد خان نے تمام عمر اپر کاسٹ مسلمانوں یعنی سادات، مغل، پٹھان، ہاشمی اور قریشی شرفا کے حقوق کی جنگ لڑی، اور جنگ آزادی کی سزا سے بچنے کے لیے انہوں نے سارا ملبہ ہی نچلی ذات کے مسلمانوں پر ڈال دیا۔ بلکہ انہوں نے تو جنگ آزادی کو تاج برطانیہ کے خلاف بغاوت قرار دیا، اور ذمہ دار کسے ٹھہرایا؟ جولاہوں کو۔ اسباب بغاوت ہند کا یہ جملہ ملاحظہ کیجئے ذرا۔ جولاہوں کا تار بالکل ٹوٹ گیا تھا، جو بدذات سب سے زیادہ اس ہنگامے میں گرم جوش تھے۔ یہ تھا ایلیٹ مسلم ویژن مقامی مسلمانوں کی تاج برطانیہ کے خلاف ریزسٹنس کے بارے میں، اور وجہ اس کی بڑی سادہ تھی۔ سر سید احمد خان اور ان کی جاگیردار کلاس کبھی بھی کلونزم کے خلاف نہیں تھی، بلکہ یہ طبقہ تو حکمرانوں کی انکنڈیشنل اطاعت کو ہی ایلیٹ مسلمانوں کے سروائیول کی وجہ سمجھتا تھا، اور کھلے عام اس کا پرچار بھی کرتا تھا۔ سر سید احمد خان نے سیلف کلونائزیشن کی تھیوری پیش کی، اور تمام مسلمانوں، چاہے ان کا تعلق نچلی ذات سے ہو یا اونچی ذات سے، انہیں تعلیم دی کہ وہ انگریزی سیکھیں۔ یہاں اب ان کا ایک جملہ سنیے۔ ادنا درجے کے لوگوں کو ادنا درجے کی انگریزی کی، اعلیٰ درجے کے لوگوں کو اعلیٰ درجے کی انگریزی کی محتاجی ہے، یہاں تک کہ ایک کنجڑے ترکاری فروش کو، ایک چمار جوتی والے کو بھی اس قدر انگریزی جاننا ضروری ہے کہ وہ کہہ سکے کہ خوشی ہو ٹیک، خوشی ہو تو نہ ٹیک۔ یہ تو خیر 1860 اور 70 کی دہائی کی بات تھی، لیکن 20ویں صدی کے اشرافیہ مسلمانوں نے بھی ہمیشہ
निचली ज़ात के कलमा गो मुसलमानों को अपने तबके के मुफादात के ख़िलाफ़ ही समझा। इसीलिए तो ये बदज़ात जुलाहे और कम्मी कमीन ऑल इंडिया मुस्लिम लीग की सियासत में इन नहीं हो सके। नतीजतन बिहार में इस तबके ने अपनी एक अलग सियासी जमात बनाई जिसका नाम था ऑल मोमिन कॉन्फ्रेंस। या एक जमात का ख़ास तौर पर जो ऑल इंडिया मोमिन कॉन्फ्रेंस है उसका हवाला ज़रूर दिया जाता है कि जो सेल्फ कॉन्शियसली अपने आप को आइडेंटिफाई करते थे कि वो अंसारियों की जमात है या वो जो है वो जुलाहों की नुमाइंदगी करती है, और उसका बिहार और इन इलाक़ों में बहुत ज़्यादा एक असर मौजूद था। कहने को मजलिस एहरार जैसी जो पोलिटिकल ऑर्गेनाइजेशंस थीं, उनका भी दावा ये था कि वो एक आप कह सकते हैं कि अर्बन आर्टिजन क्लास की नुमाइंदा है, लेकिन उनके जो सरकर्दा रहनुमा थे वो तो उस ख़ास क्लास बैकग्राउंड से तो उनका सबका ताल्लुक नहीं था। लेकिन जो क्लास कॉन्फ्लिक्ट की बात है या क्लास इंटरेस्ट की बात है, हाँ, अगर उसके लिए कोई एक्सक्लूसिव ऑल इंडिया वुमेन कॉन्फ्रेंस की तर्ज पर या जो बाद में जिस तरह की कास्ट पॉलिटिक्स हुई, अगर उसकी जमात उस तरह की जमातें मौजूद नहीं भी थीं, तो लेकिन उनकी नुमाइंदगी करने का दावा करने वाले किसी भी नाम से किसी भी बैनर के तले, चाहे वो ओप्रेस्ड क्लासेस हैं या बैकवर्ड कम्युनिटीज़ हैं, तो हाँ, वो करने के लिए बहुत से सियासी ग्रोह मौजूद थे, जिनमें कांग्रेस भी थी, इसमें खुदाई खिदमतकार भी थे, जिसमें कृषक प्रजा पार्टी भी थी और इस तरह की दीगर जमातें भी शामिल थीं। मोमिन तहरीक के बानी थे मौलाना अली हुसैन आसिम बिहारी, जो 1890 में बिहार में पैदा हुए। दिसंबर 1926 में बनने वाली ऑल मोमिन कॉन्फ्रेंस ने जोलाहों, दर्जियों, कसाबों, फल सब्ज़ी फरोशों और कॉटन कार्डर्स वगैरह के हुकूक के लिए काम का आगाज़ किया। इन लोगों ने ख़ुद को ऊंची ज़ात के मुसलमानों की तर्ज पर कुरैशी और मोमिन वगैरह कहलवाना शुरू कर दिया। देखिए, एक तो हिंदुस्तान में मुस्लिम माशरे का अलमिया यह था कि जो गैर मुल्की मुसलमान थे, उन गैर मुल्की मुसलमानों को ज़्यादा इज़्ज़त व वक़ार जो है वो दिया जाता था। अच्छा, अब उसकी वजह से यहाँ के जो मुकामी लोग थे, जो मतलब कि जिनको अशराफिया ने एक तरह से निकाल दिया था, उन्होंने फिर ये तरीक़ा इख्तियार किया कि जैसे जुलाहे ख़ुद को अंसारी कहने लगे, कसाई ख़ुद को कुरैशी जो हैं वो कहने लगे, और बहुत से सिंध के मसलन कबाइल जो हैं, जैसे कल्होड़ा थे, ये अपने आप को अब्बासी कहने लगे, या बनु तहीम जो हैं, इन्होंने कहा हम बनु तमीम अरब कबीले से ताल्लुक़ रखते हैं। इसी तरीके से बलोच जो हैं, ये कहने लगे कि हम कुर्द हैं। तो यहाँ फिर जो मकामी मुसलमान भी थे, उन्होंने भी अपनी शनाख्त को बैरूनी शनाख्त से मिलाकर चाहा कि मुसलमान माशरे में उनकी इज़्ज़त जो है वो बढ़ जाए। तो इस किस्म के नाम जो हम देखते हैं, उसके बैकग्राउंड जो है वो ये है कि ज़ात पात की वजह से इनका दर्जा मुसलमान माशरे के अंदर कोई बाइज़्ज़त नहीं था। इस जमात ने मोमिन पार्लियामेंट्री बोर्ड बनाया और अंग्रेज़ों से आज़ादी हासिल करने के लिए तहरीक भी चलाई। मौलाना अली हुसैन आसिम बिहारी ने तो खुलकर ऑल इंडिया मुस्लिम लीग पर एतराज़ किया और कहा कि ये तो फ़कत अपर क्लास मुसलमानों, वडेरों और जागीरदारों की जमात है।